ਦੀ ਰੀਤ ਸਿੱਖਣਾ ਕੀਤੀ ਹੈ। ਸਿੱਖੀ ਨੂੰ ਧਾਰਨ ਕੀਤਾ ਹੈ, ਗੁਰ ਮਰਿਆਦਾ ਨੂੰ ਗੁਰਮਤਿ ਨੂੰ ਸਿੱਖਿਆ ਹੈ। ਤਿਉ ਮੈਂ ਕਹੋ ਸੁਨਹੁ ਕਰ ਪ੍ਰੀਤੀ। ਭਾਈ ਬਾਲਾ ਜੀ ਕਹਿਣ ਲੱਗੇ, ਸਤਿਗੁਰੂ ਜੀ ਉਹ ਮੈਂ ਕਹਿੰਦਾ ਹਾਂ, ਆਪ ਜੀਆਂ ਦੇ ਤਾਈਂ ਸੁਣਾਉਂਦਾ ਹਾਂ। ਆਪ ਜੀ ਪ੍ਰੇਮ ਦੇ ਨਾਲ ਪ੍ਰੀਤ ਨੂੰ ਧਾਰਨ ਕਰਕੇ ਉਸ ਵਾਰਤਾ ਨੂੰ ਪ੍ਰਸੰਗ ਨੂੰ ਸਰਵਣ ਕਰੋ। ਭਾਉ ਧਰੇ ਸੇਵਤ ਨਿਤ ਕਾਲੀ। ਸਤਿਗੁਰੂ ਜੀ ਕਿਰਪਾ ਕਰਦੇ ਹਨ। ਭਾਈ ਬਾਲਾ ਜੀ ਸੁਣਾ ਰਹੇ ਹਨ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੁਣ ਰਹੇ ਹਨ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਉਹ ਜਿਹੜਾ ਭਾਈ ਭਗੀਰਥ ਹੈ, ਉਹ ਨਿਤਾ ਪ੍ਰਤੀ ਮਾਤਾ ਕਾਲਕਾ ਜੀ ਦੀ ਬੜੇ ਪ੍ਰੇਮ ਦੇ ਨਾਲ ਸੇਵਾ ਕਰਦਾ ਹੈ। ਸੁਚ ਸੰਜਮ ਕਰ ਭੂਰ ਸੁਚਾਲੀ। ਬੜੀ ਸੋਚ ਸੰਜਮਤਾ ਰੱਖਦਾ ਹੈ ਤੇ ਬੜੀ ਹੀ ਸੁਚਾਲੀ ਸ੍ਰੇਸ਼ਟ ਢੰਗ ਦੇ ਨਾਲ ਸ੍ਰੇਸ਼ਟ ਚਾਲੀ ਚੱਲ ਕਰਕੇ ਮਾਤਾ ਦੀ ਸੇਵਾ ਕਰਦਾ ਹੈ, ਪੂਜਾ ਕਰਦਾ ਹੈ। ਰਟ ਹੈ ਨਾਮ ਭਉ ਭਵਾ ਭਵਾਨੀ। ਨਿਤਾ ਪ੍ਰਤੀ ਮਾਤਾ ਦੇ ਨਵੇਂ ਨਾਮ ਜਪਦਾ ਹੈ, ਜਿਵੇਂ ਸ਼ਿਵਾ, ਭਵਾ ਦੇਵੀ, ਭਵਾਨੀ, ਸਾਰੇ ਸੰਸਾਰ ਨੂੰ ਪਾਲਣ ਵਾਲੀ ਜੋ ਦੇਵੀ ਹੈ, ਉਹ ਸਾਰੇ ਦੇਵੀ ਦੇ ਸਾਰੇ ਨਾਮਾਂ ਨੂੰ ਬੜੇ ਪ੍ਰੇਮ ਦੇ ਨਾਲ ਜਪਣਾ ਕਰਦਾ ਹੈ। ਜਗਦੰਬਾ ਤ੍ਰੈ ਗੁਣ ਕੇ ਖਾਨੇ। ਜਗਦੰਬਾ ਜੋ ਜਗਤ ਦੀ ਸਾਰੇ ਸੰਸਾਰ ਦੀ ਮਾਤਾ ਹੈ, ਜਗਤ ਮਾਤਾ ਹੈ, ਤਿੰਨਾਂ ਗੁਣਾਂ ਦੀ ਖਾਨ ਹੈ, ਉਸ ਮਾਤਾ ਦੇ ਸਾਰੇ ਨਾਮਾਂ ਨੂੰ ਭਾਈ ਭਗੀਰਥ ਜੀ ਬੜੇ ਪ੍ਰੇਮ ਦੇ ਨਾਲ, ਬੜੇ ਸ਼ਰਧਾ ਭਾਵਨਾ ਦੇ ਨਾਲ ਜਪਦੇ ਹਨ। ਅਸ਼ਟਭੁਜੀ ਅਸ਼ਟਾਜੁਧ ਚਮਕ ਹੈ। ਜਿਹੜੀ ਕਿ ਅਸ਼ਟਭੁਜੀ ਅੱਠਾਂ ਭੁਜਾਵਾਂ ਵਾਲੀ ਹੈ, ਅਸ਼ਟਾਯੁਧ ਚਮਕ ਹੈ, ਤੇ ਜਿਹਦੇ 8 ਸ਼ਸਤਰ ਹਨ, 8 ਭੁਜਾਵਾਂ ਦੇ ਵਿੱਚ ਸ਼ਸਤਰ ਹਨ, ਉਹ ਸਾਰੇ ਸ਼ਸਤਰ ਜਿਹਦੇ ਹੱਥਾਂ ਦੇ ਵਿੱਚ ਬਾਹਾਂ ਦੇ ਵਿੱਚ ਚਮਕਦੇ ਹਨ। ਦਾਤਨ ਪਾਤ ਵਿਸਾਲਾ ਦਮਕ ਹੈ। ਜਿਸ ਦੇ ਦੰਦਾਂ ਦੀਆਂ ਪੰਕਤੀਆਂ ਬੜੀਆਂ ਸੁੰਦਰ ਦਮਕ ਹੈ, ਬੜੀਆਂ ਹੀ ਚਮਕਦੀਆਂ ਹਨ, ਜਿਸ ਦੇ ਦੰਦ ਬੜੇ ਸੁੰਦਰ ਹਨ, ਚਮਕਣਾ ਕਰਦੇ ਹਨ। ਚੌਪਈ ਏਕ ਦਿਵਸ ਸੁਚ ਸੰਜਮ ਸਾਥਾ। ਤੇ ਇਸ ਤਰ੍ਹਾਂ ਭਾਈ ਭਗੀਰਥ ਜੀ ਉਸ ਮਾਤਾ ਦੇ, ਮਾਤਾ ਕਾਲਕਾ ਦੇ ਬੇਅੰਤ ਨਾਮ ਬੜੇ ਪ੍ਰੇਮ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ ਜਪਦੇ ਹਨ। ਭਾਈ ਬਾਲਾ ਜੀ ਕਿਰਪਾ ਕਰਦੇ ਨੇ, ਦੱਸਣ ਲੱਗੇ, ਸਤਿਗੁਰੂ ਜੀ ਨੂੰ ਦੱਸਦੇ ਹਨ ਕਿ ਇੱਕ ਦਿਨ ਉਹ ਭਾਈ ਭਗੀਰਥ ਜੀ ਬੜੇ ਹੀ ਪ੍ਰੇਮ ਦੇ ਨਾਲ, ਬੜੇ ਸੁਚ ਸੰਜਮ ਦੇ ਨਾਲ ਬੰਦ ਹੈ ਧਰ ਪਰ ਧਰ ਕਰ ਮਾਥਾ। ਮਾਤਾ ਜੀ ਦੇ ਮੰਦਿਰ ਵਿੱਚ ਜਾ ਕਰਕੇ ਧਰਤੀ ਤੇ ਆਪਣਾ ਮੱਥਾ ਟਿਕਾ ਕਰਕੇ, ਸ਼ੀਸ਼ ਨਿਵਾ ਕਰਕੇ ਬੜੇ ਪ੍ਰੇਮ ਦੇ ਨਾਲ ਮਾਤਾ ਨੂੰ ਨਮਸਕਾਰ ਕਰ ਰਿਹਾ ਸੀ, ਮਾਤਾ ਦੀ ਪੂਜਾ ਕਰ ਰਿਹਾ ਸੀ। ਸੇਵਾ ਕਰਤੇ ਹੋ ਵਾਸੁਰ ਬੀਤਾ। ਤੇ ਇਸ ਤਰ੍ਹਾਂ ਸੇਵਾ ਕਰਦਿਆਂ ਹੋਇਆਂ ਸਾਰਾ ਦਿਨ ਬਤੀਤ ਹੋ ਗਿਆ ਹੈ। ਤਦਪਨਾ ਤਜ ਹੈ ਬਦੇ ਚਿਤ ਪ੍ਰੀਤਾ। ਤੇ ਫਿਰ ਵੀ ਹਿਰਦੇ ਵਿੱਚ ਇਤਨੀ ਮਾਤਾ ਦੇ ਪ੍ਰਤੀ ਪ੍ਰੇਮ ਵਧਿਆ ਹੈ, ਇਤਨੀ ਪ੍ਰੀਤ ਵਧੀ ਹੋਈ ਹੈ ਕਿ ਫਿਰ ਵੀ ਭਾਵੇਂ ਸਾਰਾ ਦਿਨ ਬਤੀਤ ਹੋ ਗਿਆ, ਪਰ ਫਿਰ ਵੀ ਸੇਵਾ ਕਰਨੀ ਛੱਡਦਾ ਨਹੀਂ ਹੈ। ਬੜੇ ਪ੍ਰੇਮ ਦੇ ਨਾਲ ਮਾਤਾ ਦੀ ਸੇਵਾ ਕਰਦਾ ਹੈ, ਪੂਜਾ ਕਰਦਾ ਹੈ, ਕਿਉਂਕਿ ਪ੍ਰੇਮ ਹੀ ਏਕਮਾਤਰ ਸਾਧਨ ਹੈ ਉਸ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ, ਉਸ ਦੇ ਤੱਕ ਪਹੁੰਚਣ ਦਾ। ਤੇ ਗੁਰੂ ਕਲਗੀਧਰ ਪਾਤਸ਼ਾਹ ਵੀ ਕਿਰਪਾ ਕਰਦੇ ਨੇ, ਸਾਚ ਕਹੋ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਉਹਨਾਂ ਨੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ, ਪੌੜਾ ਕੀਤਾ ਹੈ। ਜਿਵੇਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਵੇਲੇ ਇੱਕ ਦਿਨ ਸਤਿਗੁਰੂ ਜੀ ਚੌਕੜਾ ਮਾਰ ਕੇ ਬੈਠੇ ਰਹੇ ਤੇ ਲਾਂਗਰੀ ਸਿੱਖ ਕਹਿਣ ਲੱਗਿਆ, ਸਤਿਗੁਰੂ ਜੀ ਪ੍ਰਸ਼ਾਦਾ ਛਕੋ। ਸਾਰਾ ਦਿਨ ਬਤੀਤ ਹੋ ਗਿਆ ਹੈ। ਸ਼ਾਮ ਦੇ ਸਮੇਂ ਸਤਿਗੁਰੂ ਜੀ ਉੱਠੇ ਤੇ ਲਾਂਗਰੀ ਸਿੱਖ ਨੇ ਪੁੱਛਿਆ, ਸਤਿਗੁਰੂ ਜੀ ਅੱਜ ਪ੍ਰਸ਼ਾਦਾ ਨਹੀਂ ਛਕਿਆ? ਤੇ ਮਹਾਰਾਜ ਕਹਿਣ ਲੱਗੇ ਕਿ ਇੱਕ ਸਿੱਖ ਨੇ ਸਾਡੇ ਚਰਨਾਂ ਦਾ ਧਿਆਨ ਧਰਿਆ ਸੀ, ਸਾਡੇ ਚਰਨ ਫੜੇ ਹੋਏ ਸਨ, ਉਸਨੇ ਸਾਨੂੰ ਉੱਠਣ ਨਹੀਂ ਦਿੱਤਾ ਸਾਰਾ ਦਿਨ। ਇਸੇ ਪ੍ਰਕਾਰ ਪ੍ਰੇਮ ਦੇ ਨਾਲ ਭਾਈ ਭਗੀਰਥ ਜੀ ਮਾਤਾ ਕਾਲਕਾ ਜੀ ਦੀ ਸਾਰਾ ਦਿਨ ਬੜੇ ਪ੍ਰੇਮ ਦੇ ਨਾਲ ਸੇਵਾ ਕੀਤੀ ਹੈ, ਤੇ ਫਿਰ ਵੀ ਹਿਰਦੇ ਵਿੱਚ ਇਤਨੀ ਪ੍ਰੀਤੀ ਹੈ ਕਿ ਛੱਡਣ ਦਾ ਮਨ ਨਹੀਂ ਕਰ ਰਿਹਾ ਹੈ। ਰਹਿਓ ਕਾਲਕਾ ਮੰਦਰ ਮਾਹੀ। ਤੇ ਫਿਰ ਰਾਤ ਹੋ ਗਈ, ਰਾਤ ਦੇ ਸਮੇਂ ਵੀ ਕਾਲਕਾ ਮਾਤਾ ਦੇ ਮੰਦਿਰ ਦੇ ਵਿੱਚ ਹੀ ਰਿਹਾ ਹੈ। ਸਦਨ ਨਾ ਗਮਨਿਓ ਅਤ ਚਿਤ ਚਾਹੇ। ਹਿਰਦੇ ਵਿੱਚ ਇਤਨੀ ਇੱਛਾ ਹੈ, ਪ੍ਰੇਮ ਹੈ ਕਿ ਆਪਣੇ ਘਰ ਦੇ ਵਿੱਚ ਨਹੀਂ ਗਿਆ ਹੈ, ਮਾਤਾ ਦੇ ਮੰਦਿਰ ਦੇ ਵਿੱਚ ਹੀ ਰਾਤ ਰੁਕਿਆ ਹੈ। ਅਰਧ ਨਿਸਾ ਬੀਤੇ ਅਲਸਾਵਾ। ਤੇ ਜਦੋਂ ਅੱਧੀ ਕੁ ਰਾਤ ਬਤੀਤ ਹੋਈ, ਸਾਰਾ ਦਿਨ ਬਤੀਤ ਹੋ ਗਿਆ, ਅੱਧੀ ਰਾਤ ਬਤੀਤ ਹੋ ਗਈ,
ਅੱਧੀ ਰਾਤ ਤੋਂ ਬਾਅਦ ਭਾਈ ਭਗੀਰਥ ਜੀ ਨੂੰ ਆਲਸ ਆਉਣ ਲੱਗ ਪਿਆ ਹੈ। ਭਾਈ ਭਗੀਰਥ ਦਾ ਸਰੀਰ ਆਲਸੀ ਹੋ ਗਿਆ ਹੈ। ਤਬ ਹੈ ਚੰਡਕਾ ਸੁਪਨ ਦਿਖਾਵਾ। ਤੇ ਜਦੋਂ ਆਲਸ ਦੇ ਵਸ ਹੋ ਕਰਕੇ ਨਿਦਰਾ ਦੇ ਵਸ ਹੋਏ ਹਨ ਤੇ ਮਾਤਾ ਕਾਲਕਾ ਨੇ ਭਾਈ ਭਗੀਰਥ ਜੀ ਨੂੰ ਇੱਕ ਸੁਪਨਾ ਦਿਖਾਇਆ ਹੈ। ਇੱਕ ਸੁਪਨੇ ਦੇ ਵਿੱਚ ਸਿੱਖਿਆ ਦਿੱਤੀ ਹੈ। ਭਉ ਸਮੁਤੇ ਜੋ ਮਨੋਰਥ ਤੋਰਾ। ਤੇ ਮਾਤਾ ਕਹਿਣ ਲੱਗੀ ਕਿ ਹੇ ਸਮੱਤੇ ਸ੍ਰੇਸ਼ਟ ਮੱਤ ਵਾਲੇ ਭਾਈ ਭਗੀਰਥ ਜੀ, ਤੇਰਾ ਜੋ ਮਨੋਰਥ ਹੈ, ਤੇਰੇ ਜੋ ਹਿਰਦੇ ਦੀ ਇੱਛਾ ਹੈ, ਹੋਏ ਸੋ ਪੂਰਨ ਇਹ ਬਰ ਮੋਰਾ। ਮਾਤਾ ਜੀ ਕਹਿਣ ਲੱਗੇ ਕਿ ਹੇ ਭਾਈ ਭਗੀਰਥ, ਉਹ ਤੇਰੇ ਮਨ ਦੀ ਇੱਛਾ ਹੁਣ ਪੂਰੀ ਹੋ ਜਾਵੇਗੀ, ਉਹ ਤੇਰੇ ਮਨ ਦਾ ਮਨੋਰਥ ਹੁਣ ਪੂਰਾ ਹੋ ਜਾਵੇਗਾ। ਇਹ ਬਰ ਮੋਰਾ, ਇਹ ਮੇਰਾ ਵਰ ਹੈ। ਨਿਜ ਸਰੂਪ ਕੋ ਲਖ ਹੈ ਗਿਆਨਾ। ਤੂੰ ਆਪਣੇ ਨਿਜ ਸਰੂਪ ਦਾ ਗਿਆਨ ਕਰ ਲਵੇਂਗਾ, ਆਪਣੇ ਨਿਜ ਸਰੂਪ ਨੂੰ ਜਾਣ ਲਵੇਂਗਾ, ਪ੍ਰਾਪਤ ਹਵੈ ਅਪਵਰਗ ਮਹਾਨਾ। ਤੇ ਫੇਰ ਤੈਨੂੰ ਵੱਡੀ ਮੁਕਤੀ, ਜੋ ਕੇਵਲ ਮੁਕਤੀ ਹੈ, ਸਾਰਿਆਂ ਤੋਂ ਸ੍ਰੇਸ਼ਟ ਮੁਕਤੀ ਹੈ, ਪ੍ਰਾਪਤ ਹੋ ਜਾਵੇਗੀ। ਪ੍ਰਲਾਬਦ ਹੈ ਤਨ ਕੀ ਜੋ ਲੋ। ਤੇ ਮਾਤਾ ਕਹਿਣ ਲੱਗੀ ਕਿ ਜਿੰਨਾ ਚਿਰ ਤੇਰੇ ਸਰੀਰ ਦੀ ਪ੍ਰਾਲਬਧ ਹੈ, ਕਿਉਂਕਿ ਸੰਸਾਰ ਦੇ ਵਿੱਚ ਸਰੀਰ ਕਰਕੇ ਵਿਚਰਨਾ ਹੈ, ਤੇ ਜਿੰਨਾ ਚਿਰ ਤੇਰੇ ਸਰੀਰ ਦੇ ਵਿੱਚ ਪ੍ਰਾਣ ਹਨ, ਸਵਾਸ ਹਨ, ਸਰੀਰ ਦੀ ਪ੍ਰਾਲਬਧ ਹੈ, ਉਤਨਾ ਸਮਾਂ ਸੇਵਹੁ ਸ੍ਰੀ ਨਾਨਕ ਭਗਤੋ ਲੋ। ਉਤਨਾ ਸਮਾਂ ਮਾਤਾ ਕਹਿਣ ਲੱਗੀ ਕਿ ਹੇ ਭਾਈ ਭਗੀਰਥ, ਤੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਜਾ ਕਰਕੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਨਾ ਕਰ। ਜਿੰਨਾ ਸਮਾਂ ਤੇਰਾ ਸਰੀਰ ਕਰਕੇ ਬਾਕੀ ਰਹਿ ਗਿਆ ਹੈ, ਉਹ ਸਮਾਂ ਜਾ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਸੇਵਾ ਦੇ ਵਿੱਚ ਲਾ ਦੇਣਾ ਕਰ। ਪਰ ਸੁਲਤਾਨ ਹੈ ਕੀਨ ਦੁਕਾਨਾ। ਤੇ ਫਿਰ ਦੱਸਣ ਲੱਗੇ ਕਿ ਸੁਲਤਾਨਪੁਰ ਨਗਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਦੁਕਾਨ ਕੀਤੀ ਹੋਈ ਹੈ। ਦੂਰਿਓ ਰਹਿਤ ਹੈ ਜਾਏ ਨਾ ਜਾਣਾ। ਤੇ ਆਪ ਛੁਪੇ ਰਹਿੰਦੇ ਹਨ, ਆਪਣੇ ਸਰੂਪ ਨੂੰ ਛੁਪਾ ਕਰਕੇ ਰੱਖਦੇ ਨੇ, ਕੋਈ ਉਹਨਾਂ ਦੇ ਸਰੂਪ ਨੂੰ ਜਾਣ ਨਹੀਂ ਸਕਦਾ ਹੈ, ਕੋਈ ਵੱਡਿਆਂ ਭਾਗਾਂ ਵਾਲਾ ਹੀ ਉਹਨਾਂ ਨੂੰ ਜਾਣਦਾ ਹੈ। ਸ੍ਰੀ ਕਰਤਾਰ ਰੂਪ ਅਵਤਾਰਾ। ਉਹ ਸ੍ਰੀ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਰੂਪ ਹਨ, ਤੇ ਉਹਨਾਂ ਨੇ ਇਸ ਸੰਸਾਰ ਦਾ, ਇਸ ਧਰਤੀ ਦਾ ਉਧਾਰ ਕਰਨ ਵਾਸਤੇ, ਜੀਵਾਂ ਨੂੰ ਸਿੱਖਿਆ ਦੇਣ ਵਾਸਤੇ ਕਲਯੁਗ ਦੇ ਵਿੱਚ ਸਰੀਰ ਧਾਰਨ ਕੀਤਾ ਹੈ। ਕਲ ਨਰ ਤਾਰਨ ਕੋ ਧਨ ਧਾਰਾ। ਕਲਯੁਗ ਦੇ ਮਨੁੱਖਾਂ ਨੂੰ ਤਾਰਨ ਵਾਸਤੇ, ਸਦਬੁੱਧੀ ਦੇਣ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇਸ ਸੰਸਾਰ ਦੇ ਉੱਪਰ ਅਵਤਾਰ ਧਾਰਨ ਕੀਤਾ ਹੈ। ਧਰ ਸਰਦਾ ਦਰਸਹ ਦੁਖ ਦਾਹੂ। ਤੇ ਮਾਤਾ ਕਾਲਕਾ ਕਹਿਣ ਲੱਗੀ, ਹੇ ਭਾਈ ਭਗੀਰਥ, ਸ਼ਰਧਾ ਧਾਰਨ ਕਰਕੇ, ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ ਜਾ ਕਰਕੇ ਉਹਨਾਂ ਦੇ ਦਰਸ਼ਨ ਕਰਨਾ ਕਰ, ਜਿਨ੍ਹਾਂ ਦੇ ਦਰਸ਼ਨ ਦੁੱਖ ਦਾਹੂ, ਦੁੱਖਾਂ ਨੂੰ ਸਾੜਨ ਵਾਲੇ ਹਨ, ਦੁੱਖਾਂ ਨੂੰ ਨਾਸ਼ ਕਰਨ ਵਾਲੇ ਹਨ। ਜਗ ਜੀਵਨ ਕੋ ਲੇਵਹੁ ਲਾਹੂ। ਤੇ ਆਪਣੇ ਸੰਸਾਰ ਦੇ ਵਿੱਚ ਇਸ ਜੀਵਨ ਦਾ ਲਾਹਾ ਲੈਣਾ ਕਰ, ਉਹਨਾਂ ਦੇ ਦਰਸ਼ਨ ਕਰਕੇ। ਇਤੈ ਮਾਤਰ ਮਹਿ ਖੁਲੇ ਬਲੋਚਨ। ਇਹਨੇ ਸਮੇਂ ਦੇ ਵਿੱਚ ਹੀ ਭਾਈ ਭਗੀਰਥ ਦੀਆਂ ਅੱਖਾਂ ਖੁੱਲ ਗਈਆਂ ਹਨ। ਲੱਖ ਸੁਪਨੇ ਕੋ ਕਰ ਬਹੁ ਸੋਚਨ। ਤੇ ਆਪਣੇ ਸੁਪਨੇ ਨੂੰ ਜਾਣ ਕਰਕੇ, ਜੋ ਸੁਪਨੇ ਦੇ ਵਿੱਚ ਦੇਖਿਆ ਸੀ, ਉਸ ਨੂੰ ਜਾਣ ਕਰਕੇ ਤੇ ਸੋਚੀ ਪੈ ਗਿਆ ਹੈ, ਸੋਚਣ ਲੱਗ ਪਿਆ ਹੈ। ਘੋਰ ਹੋਤ ਲੋ ਡਿਡ ਬੈਰਾਗਾ। ਤੇ ਜਦੋਂ ਤੱਕ ਸਵੇਰ ਹੋਈ, ਸਵੇਰ ਹੁੰਦਿਆਂ ਤੱਕ ਬੜਾ ਹਿਰਦੇ ਵਿੱਚ ਦ੍ਰਿੜ ਵੈਰਾਗ ਹੋ ਗਿਆ ਹੈ। ਭਇਓ ਹਿਰਦੈ ਨਿਜ ਕੁਟਵ ਤਿਆਗਾ। ਆਪਣੇ ਘਰ ਨੂੰ, ਪਰਿਵਾਰ ਨੂੰ ਛੱਡ ਦਿੱਤਾ ਹੈ ਤੇ ਵੈਰਾਗ ਦੇ ਸਹਿਤ ਹੋ ਗਿਆ ਹੈ। ਗ੍ਰਾਮ ਜੋਦਰਤਾ ਆਦ ਵਿਭੂਤੀ। ਇਹ ਹਿਰਦੇ ਦੇ ਵਿੱਚ ਇਤਨਾ ਵੈਰਾਗ ਹੈ ਕਿ ਨਗਰ ਦੀ ਚੌਧਰਤਾ ਭਾਈ ਭਗੀਰਥ ਦੇ ਪਾਸ ਸੀ। ਆਪਣੇ ਨਗਰ ਦੀ ਚੌਧਰੀ ਦੀ ਪਦਵੀ ਨੂੰ ਛੱਡ ਦਿੱਤਾ ਹੈ, ਚੌਧਰਤਾ ਨੂੰ ਛੱਡ ਦਿੱਤਾ ਹੈ। ਹੋਰ ਜਿਹੜੇ ਸੁੱਖ ਸਨ, ਸਵਰਗਾ ਆਦਿਕ ਦੇ ਸੁੱਖਾਂ ਨੂੰ, ਐਸ਼ਵਰਜ ਦੇ ਸਮਾਨ ਨੂੰ ਛੱਡ ਦਿੱਤਾ ਹੈ। ਅਜ ਗਮਨਿਓ ਅਤ ਸਹਿਜ ਅਮਤ ਪੂਤੀ। ਜਿਸ ਦੀ ਮੱਤ ਅਤਿਸ਼ੈ ਕਰਕੇ ਬਹੁਤ ਪਵਿੱਤਰ ਹੋ ਚੁੱਕੀ ਸੀ, ਉਹ ਭਾਈ ਭਗੀਰਥ ਜੀ ਚੌਧਰਤਾ ਨੂੰ ਛੱਡ ਕਰਕੇ, ਐਸ਼ਵਰਜ ਦੇ ਸਮਾਨ ਨੂੰ ਛੱਡ ਕਰਕੇ, ਨਗਰ ਨੂੰ, ਪਰਿਵਾਰ ਨੂੰ ਛੱਡ ਕਰਕੇ, ਹਿਰਦੇ ਵਿੱਚ ਦ੍ਰਿੜ ਵੈਰਾਗ ਕਰਕੇ, ਸਤਿਗੁਰੂ ਜੀ ਦੇ ਚਰਨਾਂ ਦਾ ਪ੍ਰੇਮ ਕਰਕੇ ਸੁਲਤਾਨਪੁਰ ਸਾਹਿਬ ਨੂੰ ਚੱਲ ਪਿਆ ਹੈ। ਰੋਕ ਰਹੇ ਨਰ ਰੁਕਤ ਨਾ ਕੈਸੇ। ਤੇ ਹੁਣ ਜਿਹੜੇ ਨਗਰ ਦੇ ਮਨੁੱਖ ਨੇ ਬੜਾ ਰੋਕਦੇ ਹਨ, ਭਾਈ ਭਗੀਰਥ ਜੀ ਨੂੰ ਰੋਕ ਰਹੇ ਹਨ ਕਿ ਤੁਸੀਂ ਨਾ ਜਾਓ, ਪਿੰਡ ਦੀ ਚੌਧਰਤਾ ਨਾ ਛੱਡੋ, ਘਰ ਪਰਿਵਾਰ ਨਾ ਛੱਡੋ। ਪਰ ਭਾਈ ਭਗੀਰਥ ਦੇ ਮਨ ਦੇ ਵਿੱਚ ਇਤਨਾ ਵੈਰਾਗ ਹੈ ਕਿ ਘਰ ਨੂੰ ਛੱਡ ਰਹੇ ਹਨ,
ਲੋਕ ਰੁਕਦੇ ਹਨ ਤੇ ਭਾਈ ਭਗੀਰਥ ਜੀ ਰੁਕਦੇ ਨਹੀਂ ਕਿਸੇ ਵੀ ਤਰ੍ਹਾਂ। ਪ੍ਰੇਮ ਪ੍ਰਵਾਹੇ ਬਹਿਓ ਹਰ ਜੈਸੇ। ਜਿਵੇਂ ਹੜ੍ਹ ਆਉਂਦਾ ਹੈ ਤੇ ਹੜ੍ਹ ਦੇ ਪ੍ਰਵਾਹ ਦੇ ਨਾਲ ਸਾਰਾ ਕੁਝ ਵਹਿ ਜਾਂਦਾ ਹੈ, ਆਪਣੇ ਨਾਲ ਸਾਰਾ ਕੁਝ ਰੋੜ ਕਰਕੇ ਲੈ ਜਾਂਦਾ ਹੈ। ਉਸੇ ਪ੍ਰਕਾਰ ਹੜ੍ਹ ਦੇ ਵਾਂਗ, ਜਿਵੇਂ ਹੜ੍ਹ ਕਿਸੇ ਤੋਂ ਰੁਕਦਾ ਨਹੀਂ ਹੈ, ਉਸੇ ਤਰ੍ਹਾਂ ਭਾਈ ਭਗੀਰਥ ਜੀ ਪ੍ਰੇਮ ਦੇ ਪ੍ਰਵਾਹ ਦੇ ਵਿੱਚ ਹੜ੍ਹ ਦੇ ਵਾਂਗ ਵਹਿ ਕਰਕੇ ਚਲੇ ਗਏ ਹਨ। ਆਵਾਪੁਰ ਸੁਲਤਾਨ ਹੈ ਤੂਰਨ। ਛੇਤੀ ਦੇ ਨਾਲ ਸੁਲਤਾਨਪੁਰ ਸਾਹਿਬ ਨਗਰੀ ਦੇ ਵਿੱਚ ਪਹੁੰਚੇ ਹਨ। ਪ੍ਰੇਮ ਸੰਗ ਹਿਰਦਾ ਭਰਪੂਰਨ। ਜਿਨ੍ਹਾਂ ਦਾ ਹਿਰਦਾ ਪ੍ਰੇਮ ਦੇ ਨਾਲ ਪਰਿਪੂਰਨ ਹੈ, ਭਰਿਆ ਹੋਇਆ ਹੈ। ਜਹ ਆਪਨ ਪਰ ਜਾਚਕ ਭੀਰਾ। ਤੇ ਜਿੱਥੇ ਦੁਕਾਨ ਦੇ ਉੱਪਰ ਜਾਚਕ ਮੰਗਤਿਆਂ ਦੀ ਬਹੁਤ ਸਾਰੀ ਭੀੜ ਲੱਗੀ ਹੋਈ ਹੈ, ਦਰਸ਼ਨ ਹੇਤ ਹੈ ਹੋਤ ਅਧੀਰਾ। ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਿਹੜੇ ਮਨੁੱਖ ਹਨ ਬੜੇ ਹੀ ਧੀਰਜਤਾ ਤੋਂ ਰਹਿਤ ਹੋ ਰਹੇ ਨੇ, ਧੀਰਜ ਤੋਂ ਰਹਿਤ ਹੋ ਰਹੇ ਹਨ, ਬੜੇ ਵਿਆਕੁਲ ਹੋ ਰਹੇ ਹਨ। ਪਗ ਪਰ ਰਹਿਓ ਡੰਡ ਸਮਾਨਾ। ਤੇ ਇਸ ਨੇ ਦੇਖ ਕਰਕੇ ਜਾਣ ਲਿਆ ਕਿ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਜਾਚਕਾਂ ਦੀ ਮੰਗਤਿਆਂ ਦੀ ਇੰਨੀ ਭੀੜ ਲੱਗੀ ਹੋਈ ਹੈ। ਤੇ ਜਿਵੇਂ ਮਾਤਾ ਨੇ ਦੱਸਿਆ ਸੀ ਕਿ ਸੁਲਤਾਨਪੁਰ ਸਾਹਿਬ ਉਹਨਾਂ ਨੇ ਦੁਕਾਨ ਕੀਤੀ ਹੋਈ ਹੈ, ਆਪਣੇ ਆਪੇ ਨੂੰ ਛੁਪਾ ਕਰਕੇ ਰੱਖਦੇ ਹਨ। ਛੇਤੀ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਪਛਾਣ ਲਿਆ ਤੇ ਪਛਾਣ ਕਰਕੇ ਜਾ ਕਰਕੇ ਪੱਗ ਪਰ ਧਰ ਰਹਿਓ ਦੰਡ ਸਮਾਨ। ਦੰਡ ਕਹਿੰਦੇ ਨੇ ਡੰਡੇ ਨੂੰ, ਡੰਡੇ ਦੇ ਵਾਂਗ ਸਿੱਧਾ ਹੋ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪੈ ਗਿਆ ਤੇ ਉੱਥੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪੈ ਕਰਕੇ ਡੰਡੌਤ ਕੀਤੀ ਹੈ, ਨਮਸਕਾਰ ਕੀਤੀ ਹੈ। ਵਿਆਕੁਲ ਭਾ ਤਨ ਸੁਧ ਵਿਸਰਾਨਾ। ਤੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਵਿਆਕੁਲ ਹੋ ਗਿਆ ਹੈ, ਸਰੀਰ ਦੀ ਕੋਈ ਸੁੱਝੀ ਨਹੀਂ ਰਹਿ ਗਈ ਹੈ, ਸਰੀਰ ਦੀ ਸੁੱਧ ਬੁੱਧ ਭੁੱਲ ਗਈ ਹੈ। ਸਭ ਬਿਰਤਾਤ ਲਖ ਕਰ ਜਗਨਾਥਾ। ਤੇ ਸਤਿਗੁਰੂ ਮਹਾਰਾਜ ਨੇ ਸਾਰਾ ਬਿਰਤਾਂਤ ਜਾਣ ਲਿਆ ਹੈ। ਸਾਰਾ ਬਿਰਤਾਂਤ ਜਾਣ ਕਰਕੇ ਸਤਿਗੁਰੂ ਗਰੀਬ ਨਵਾਜ ਜੀਆਂ ਨੇ ਹਾਥ ਛੁਹਾਇਓ ਮੱਥ ਹੈ ਸਾਥਾ। ਸਤਿਗੁਰੂ ਜੀ ਨੇ ਭਾਈ ਭਗੀਰਥ ਦੇ ਮੱਥੇ ਦੇ ਨਾਲ ਆਪਣਾ ਹੱਥ ਛੁਆਇਆ ਹੈ, ਆਪਣੇ ਹਸਤ ਦੇ ਨਾਲ ਭਾਈ ਭਗੀਰਥ ਜੀ ਦੇ ਹਿਰਦੇ ਨੂੰ, ਮੱਥੇ ਨੂੰ ਛੂਹਣਾ ਕੀਤਾ ਹੈ। ਪੁਜਾ ਪਕਰ ਕੈ ਬਹਰ ਬਿਠਾਇਓ। ਤੇ ਫਿਰ ਸਤਿਗੁਰੂ ਗਰੀਬ ਨਵਾਜ ਨੇ ਭਾਈ ਭਗੀਰਥ ਨੂੰ ਬਾਹਾਂ ਤੋਂ ਫੜ ਕਰਕੇ ਉਠਾਇਆ ਹੈ, ਬਿਠਾਉਣਾ ਕੀਤਾ ਹੈ। ਸ੍ਰੀਮੁਖ ਕੋਮਲ ਬਾਕ ਅਲਾਇਓ। ਤੇ ਫਿਰ ਆਪਣੇ ਸ਼੍ਰੀ ਸ਼੍ਰੋਮਣੀ ਮੁਖਾਰ ਬਿੰਦ ਤੋਂ ਕੋਮਲ ਮਧੁਰ ਬਚਨ ਉਚਾਰਨ ਕੀਤੇ ਹਨ। ਕੌਣ ਮਨੋਰਥ ਕਹਤੇ ਆਵਾ। ਸਤਿਗੁਰੂ ਮਹਾਰਾਜ ਪੁੱਛਦੇ ਨੇ, ਆਪ ਜੀ ਕੌਣ ਹੋ, ਤੁਹਾਡਾ ਮਨੋਰਥ ਕੀ ਹੈ, ਇੱਛਾ ਕੀ ਹੈ, ਕਿਹਤੇ ਆਵਾ, ਕਿੱਥੋਂ ਆਏ ਹੋ। ਚਾਹਿਓ ਸੋ ਦਿਓ ਕਹੋ ਮਨ ਭਾਵਾ। ਜੋ ਆਪ ਜੀਆਂ ਨੂੰ ਮਨ ਭਾਉਂਦਾ ਹੈ ਦੱਸਣਾ ਕਰੋ, ਜੋ ਆਪ ਜੀ ਦੱਸੋਗੇ ਕਹਿਣਾ ਕਰੋਗੇ, ਛੇਤੀ ਦੇ ਨਾਲ ਦੇਣਾ ਕਰਾਂਗੇ। ਸੁਣਤ ਭਗੀਰਥ ਬੋਲਿਓ ਬਾਣੀ। ਤੇ ਇਸ ਤਰ੍ਹਾਂ ਸੁਣ ਕਰਕੇ ਭਾਈ ਭਗੀਰਥ ਜੀ ਬਾਣੀ ਬੋਲੇ ਹਨ। ਸਭ ਜਾਣਤ ਹੋ ਤੁਮ ਗੁਣ ਖਾਨੇ। ਕਹਿਣ ਲੱਗੇ, ਮਹਾਰਾਜ ਗੁਣਾ ਦੀ ਖਾਨ ਸਤਿਗੁਰੂ ਗਰੀਬ ਨਵਾਜ ਤੁਸੀਂ ਅੰਤਰਜਾਮੀ ਹੋ। ਇਹ ਸਤਿਗੁਰੂ ਜੀ ਤੁਸੀਂ ਸਾਰਾ ਕੁਝ ਜਾਣਦੇ ਹੋ, ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਆਪ ਦੀਆਂ ਤੇ ਹਿਰਦੇ ਦੀ ਗੱਲ ਨੂੰ ਜਾਣਦੇ ਹੋ, ਬਿਨਾਂ ਦੱਸੇ ਹੀ ਸਾਰਿਆਂ ਦੀ ਗੱਲ ਨੂੰ ਜਾਣ ਲੈਂਦੇ ਹੋ। ਤਿੰਨਾਂ ਕਾਲਾਂ ਦੇ ਵਿੱਚ, ਤਿੰਨਾਂ ਲੋਕਾਂ ਦੇ ਵਿੱਚ ਕੀ ਹੋ ਰਿਹਾ ਹੈ ਆਪ ਜੀ ਜਾਣਨ ਵਾਲੇ ਹੋ, ਤੇ ਆਪ ਜੀ ਸਾਰਾ ਕੁਝ ਜਾਣਦੇ ਹੋ। ਤਦਬ ਕਹਾਂ ਬੂਝਨ ਅਨੁਸਾਰੀ। ਮਹਾਰਾਜ ਨੂੰ ਕਹਿਣ ਲੱਗੇ ਭਾਈ ਭਗੀਰਥ ਜੀ ਕਿ ਸਤਿਗੁਰੂ ਜੀ ਫਿਰ ਵੀ ਜੇਕਰ ਆਪ ਜੀ ਪੁੱਛਦੇ ਹੋ ਤੇ ਆਪ ਜੀਆਂ ਦੇ ਪੁੱਛਣ ਦੇ ਅਨੁਸਾਰ ਹੀ ਹੋ ਕਰਕੇ ਮੈਂ ਆਪ ਜੀਆਂ ਨੂੰ ਦੱਸਦਾ ਹਾਂ। ਰਹਿਓ ਚਹਿਤ ਹੋ ਸਰਨ ਤੁਮਾਰੀ। ਇਹ ਦੱਸਣ ਲੱਗਿਆ ਕਿ ਮਹਾਰਾਜ ਮੈਂ ਆਪ ਜੀਆਂ ਦੀ ਚਰਨਾਂ ਦੀ ਸ਼ਰਨ ਵਿੱਚ ਰਹਿਣਾ ਚਾਹੁੰਦਾ ਹਾਂ, ਆਪ ਜੀਆਂ ਦੇ ਚਰਨਾਂ ਦੇ ਸ਼ਰਨ ਵਿੱਚ ਆਇਆ ਹਾਂ। ਤੇ ਆਪ ਜੀਆਂ ਦਾ ਇਹ ਸੁਭਾਅ ਹੈ ਕਿ ਜਿਹੜਾ ਵੀ ਆਪ ਜੀਆਂ ਦੀ ਚਰਨ ਦੀ ਸ਼ਰਨ ਵਿੱਚ ਪੈਂਦਾ ਹੈ, ਆਪ ਜੀਆਂ ਦੇ ਪਾਸ ਆਉਂਦਾ ਹੈ, ਆਪ ਜੀ ਉਸ ਨੂੰ ਆਪਣੇ ਸਰੂਪ ਦੇ ਵਿੱਚ ਮਿਲਾ ਲੈਂਦੇ ਹੋ, ਆਪਣੀ ਚਰਨਾਂ ਦੀ ਸ਼ਰਨ ਦੇ ਵਿੱਚ ਰੱਖ ਲੈਂਦੇ ਹੋ। ਇਸ ਕਰਕੇ ਮੈਂ ਆਪ ਜੀਆਂ ਦੀ ਚਰਨਾਂ ਦੇ ਸ਼ਰਨ ਵਿੱਚ ਰਹਿਣਾ ਚਾਹੁੰਦਾ ਹਾਂ। ਗ੍ਰਾਮ ਮੈਲ ਸੀ ਹੈ ਮਹਿਤਾਮਾ। ਮੇਰਾ ਨਗਰ ਮੈਲਸੀਹੇ ਹੈ ਜੋ ਸੁਲਤਾਨਪੁਰ ਸਾਹਿਬ ਦੇ ਪਾਸ ਹੀ ਹੈ, ਤੇ ਉਸ ਨਗਰ ਦੇ ਅੰਦਰ ਮੇਰਾ ਘਰ ਹੈ। ਕਰੋ ਉਪਾਸਨ ਕਾਲੀ ਨਾਮਾ। ਤੇ ਮੈਂ ਮਾਤਾ ਕਾਲੀ ਦਾ ਉਪਾਸਕ ਹਾਂ, ਮਾਤਾ ਕਾਲਕਾ ਦੀ ਬੜੀ ਹੀ ਪੂਜਾ ਕਰਦਾ ਹਾਂ। ਕਿਰਪਾ ਕੀਨ ਮੁਝ ਪਰ ਜਗ ਮਾਏ। ਤੇ ਫਿਰ ਮੇਰੀ ਪੂਜਾ ਤੋਂ ਪ੍ਰਸੰਨ ਹੋ ਕਰਕੇ ਜਗਤ ਦੀ ਮਾਤਾ ਕਾਲਕਾ ਨੇ ਮੇਰੇ ਉੱਪਰ ਕਿਰਪਾ ਕੀਤੀ ਹੈ। ਸਮਤ ਦੀਨ ਕਹਿ ਗਾਥ ਬਜਾਏ। ਤੇ ਮੈਨੂੰ ਸ੍ਰੇਸ਼ਟ ਮਤ ਦਿੱਤੀ ਹੈ, ਸ੍ਰੇਸ਼ਟ ਮਤ ਦੇ ਕਰਕੇ ਮੈਨੂੰ ਸਮਝਾਉਣਾ ਕੀਤਾ ਹੈ
ਤੇ ਪ੍ਰੇਰ ਕਰਕੇ ਆਪ ਜੀਆਂ ਦੇ ਪਾਸ ਭੇਜਿਆ ਹੈ। ਮੈਂ ਆਇਓ ਤੁਮ ਸੇਵਨ ਚਰਨਾ। ਇਹ ਸਤਿਗੁਰੂ ਜੀ, ਮੈਂ ਆਪ ਜੀਆਂ ਦੇ ਚਰਨਾਂ ਦੀ ਸੇਵਾ ਕਰਨ ਵਾਸਤੇ ਇੱਥੇ ਆਪ ਜੀਆਂ ਦੇ ਪਾਸ ਆਇਆ ਹਾਂ। ਨਮੋ ਨਮੋ ਭਉ ਅਸਰਨ ਸਰਨਾ। ਇਹ ਸਤਿਗੁਰੂ ਗਰੀਬ ਨਵਾਜ, ਆਪ ਜੀਆਂ ਨੂੰ ਮੇਰੀ ਨਮਸਕਾਰ ਹੈ, ਨਮਸਕਾਰ ਹੈ। ਆਪ ਜੀ ਅਸ਼ਰਨ ਸ਼ਰਨਾ, ਜਿਹੜੇ ਸ਼ਰਨ ਦੇਣ ਯੋਗ ਨਹੀਂ ਹਨ, ਆਪ ਜੀ ਉਹਨਾਂ ਨੂੰ ਵੀ ਸ਼ਰਨ ਦੇਣ ਵਾਲੇ ਹੋ। ਜਿਹੜੇ ਮਹਾਪਾਪੀ ਹਨ, ਉਹਨਾਂ ਮਹਾਪਾਪੀਆਂ ਨੂੰ ਵੀ ਆਪ ਦੀ ਸ਼ਰਨ ਦੇਣ ਵਾਲੇ ਹੋ। ਸੁਣੀ ਸਰਾਉਣ ਮਹਿ ਬਿਨੈ ਵਿਸਾਲਾ। ਸਤਿਗੁਰੂ ਗਰੀਬ ਨਵਾਜ ਜੀਆਂ ਨੇ ਇਹ ਬੇਨਤੀ ਆਪਣੇ ਕੰਨਾਂ ਦੇ ਵਿੱਚ ਸਰਵਣ ਕੀਤੀ ਹੈ। ਪਰਮ ਪ੍ਰਸਿੱਧੇ ਦੀਨ ਦਿਆਲਾ। ਇਹ ਦੀਨਾਂ ਤੇ ਦਇਆ ਕਰਨ ਵਾਲੇ ਸਤਿਗੁਰੂ ਗਰੀਬ ਨਵਾਜ ਬੜੇ ਪ੍ਰਸੰਨ ਹੋਏ ਹਨ। ਜਗਤ ਸਭ ਹੈ ਪਰਪੰਚ ਦਿਖਾਇਓ। ਜਗਤ ਸਭੈ ਪਰਪੰਚ ਦਿਖਾਇਓ। ਮਹਾਰਾਜ ਸਤਿਗੁਰੂ ਜੀ ਨੇ ਸਾਰਾ ਸੰਸਾਰ ਭਾਈ ਭਗੀਰਥ ਜੀ ਨੂੰ ਇੱਕ ਖਿੰਡ ਦੇ ਅੰਦਰ, ਇੱਕ ਪਲ ਦੇ ਅੰਦਰ ਸਾਰਾ ਝੂਠਾ ਦਿਖਾ ਦਿੱਤਾ ਹੈ ਕਿ ਸਾਰਾ ਸੰਸਾਰ ਨਾਸ਼ਵੰਤ ਹੈ, ਝੂਠਾ ਹੈ। ਬਹਰ ਆਪਣੀ ਸੇਵਾ ਲਗਾਇਓ। ਤੇ ਫਿਰ ਆਪਣੀ ਸੇਵਾ ਦੇ ਵਿੱਚ ਭਾਈ ਭਗੀਰਥ ਜੀ ਨੂੰ ਰੱਖ ਲਿਆ ਹੈ, ਆਪਣੀ ਸੇਵਾ ਦੇ ਵਿੱਚ ਲਾ ਲਿਆ ਹੈ। ਰਹਿਤ ਭਇਓ ਦਰਸ਼ਨ ਨਿਤ ਤੇ ਕਰਹਿ। ਭਾਈ ਭਗੀਰਥ ਜੀ ਸਤਿਗੁਰੂ ਜੀ ਦੇ ਪਾਸ ਰਹਿਣ ਲੱਗ ਪਏ ਨੇ। ਨਿਤਾ ਪ੍ਰਤੀ ਸਤਿਗੁਰੂ ਗਰੀਬ ਨਵਾਜ ਜੀਆਂ ਦੇ ਦਰਸ਼ਨ ਕਰਦੇ ਹਨ। ਚਰਨ ਪਖਾਰ ਹਰਖ ਉਰ ਧਰਹਿ। ਸਤਿਗੁਰੂ ਜੀ ਦੇ ਚਰਨ ਧੋ ਕਰਕੇ, ਚਰਨਾਂ ਦੀ ਸੇਵਾ ਕਰਕੇ ਨਿਤਾ ਪ੍ਰਤੀ ਹਿਰਦੇ ਵਿੱਚ ਬੜੇ ਪ੍ਰਸੰਨ ਹੁੰਦੇ ਹਨ। ਜੋ ਕਰਨਾ ਨਿਦ ਦੇਹ ਰਜਾਈ। ਜਿਵੇਂ ਕਿਰਪਾ ਦੀ ਖਾਨ ਸਤਿਗੁਰੂ ਗਰੀਬ ਨਵਾਜ ਰਜਾ ਦਿੰਦੇ ਨੇ, ਜਿਵੇਂ ਹੁਕਮ ਕਰਦੇ ਹਨ, ਐਸੇ ਕਰਹਿ ਸਦਾ ਮਨ ਭਾਈ। ਭਾਈ ਭਗੀਰਥ ਜੀ ਉਵੇਂ ਹੀ ਸਦਾ ਹੀ ਮਨ ਪਾਉਂਦੀ ਸਤਿਗੁਰੂ ਜੀ ਦੇ ਅਨੁਸਾਰੀ ਹੋ ਕਰਕੇ ਕਾਰਜ ਕਰਦੇ ਹਨ। ਬੀਤਿਓ ਅਸ ਪ੍ਰਕਾਰ ਕਛ ਕਾਲਾ। ਇਸ ਤਰ੍ਹਾਂ ਜਦੋਂ ਕੁਝ ਸਮਾਂ ਬਤੀਤ ਹੋਇਆ ਹੈ, ਸਰਦਾ ਧਾਰਤ ਹਿਰਦੈ ਵਿਸਾਲਾ। ਤੇ ਹਿਰਦੇ ਵਿੱਚ ਬੜੀ ਸ਼ਰਧਾ ਧਾਰਨ ਕੀਤੀ ਹੈ, ਬੜਾ ਹਿਰਦਾ ਵਿਸ਼ਾਲ ਹੋ ਗਿਆ, ਬੜੀ ਸ਼ਰਧਾ ਧਾਰਨ ਕਰ ਲਈ ਹੈ, ਪ੍ਰੇਮ ਦੇ ਸਹਿਤ ਹੋ ਗਿਆ ਹੈ। ਗਮਨਿਓ ਨਿਜ ਪੁਰ ਤੇ ਮਰਦਾਨਾ। ਇਧਰੋਂ ਭਾਈ ਮਰਦਾਨਾ ਜੀ ਆਪਣੇ ਪੁਰ ਨਗਰ ਰਾਏ ਭੋਏ ਦੀ ਤਲਵੰਡੀ ਤੋਂ ਚੱਲ ਕਰਕੇ ਸੁਲਤਾਨਪੁਰ ਸਾਹਿਬ ਵਿਖੇ ਪਹੁੰਚੇ ਹਨ। ਆਇਓ ਗੁਰ ਢਿੱਗਪੁਰ ਸੁਲਤਾਨਾ। ਛੇਤੀ ਦੇ ਨਾਲ ਸੁਲਤਾਨਪੁਰ ਸਾਹਿਬ ਵਿਖੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਦੇ ਪਾਸ ਭਾਈ ਮਰਦਾਨਾ ਜੀ ਪਹੁੰਚੇ ਹਨ। ਬੰਦਨ ਕਰ ਉਚਰਿਓ ਕਲਿਆਣਾ। ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਫਿਰ ਸੁਖ ਸਾਂਦ ਪੁੱਛੀ ਹੈ। ਵੈਸ ਗਇਓ ਪੁਨ ਭਾਗ ਮਹਾਨਾ। ਤੇ ਫਿਰ ਵੱਡਿਆਂ ਭਾਗਾਂ ਵਾਲੇ ਭਾਈ ਮਰਦਾਨਾ ਜੀ ਸਤਿਗੁਰੂ ਜੀ ਦੇ ਪਾਸ ਬੈਠ ਗਏ ਹਨ। ਤਲਵੰਡੀ ਕੇ ਕੁਸਲ ਸੰਦੇਸੇ। ਤੇ ਫਿਰ ਜਿਹੜੇ ਤਲਵੰਡੀ ਦੇ ਸੁਖ ਸਾਂਦ ਦੇ ਸੰਦੇਸ਼ੇ ਸਨ, ਦੇਤ ਭਇਓ 부ਜੇ ਗੁਰ ਜੈਸੇ। ਜਿਵੇਂ ਸਤਿਗੁਰੂ ਗਰੀਬ ਨਵਾਜ ਜੀਆਂ ਨੇ ਪੁੱਛਿਆ, ਉਸੇ ਪ੍ਰਕਾਰ ਸੁਖ ਸਾਂਦ ਦੇ ਸੰਦੇਸ਼ੇ ਸਤਿਗੁਰੂ ਗਰੀਬ ਨਵਾਜ ਜੀਆਂ ਨੂੰ ਦਿੱਤੇ ਹਨ ਕਿ ਮਾਤਾ ਪਿਤਾ ਜੀ ਕਿਵੇਂ ਹਨ, ਸਤਿਗੁਰੂ ਜੀ ਦਾ ਪਰਿਵਾਰ ਕਿਵੇਂ ਹੈ, ਰਾਜਾ ਰਾਏ ਬੁਲਾਰ ਕਿਵੇਂ ਹੈ, ਸਤਿਗੁਰੂ ਜੀ ਦੇ ਬਾਲ ਮਿੱਤਰ ਜਿਹੜੇ ਹਨ ਕਿਵੇਂ ਹਨ, ਸਾਰਿਆਂ ਦੀ ਸੁਖ ਸਾਂਦ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਦਿੱਤੀ ਹੈ। ਆਪਣਾ ਪ੍ਰਯੋਜਨ ਬਹੁਰ ਸੁਨਾਇਓ। ਤੇ ਫਿਰ ਆਪਣੇ ਆਉਣ ਦਾ ਜੋ ਕਾਰਨ ਸੀ, ਇੱਥੇ ਸੁਲਤਾਨਪੁਰ ਸਾਹਿਬ ਪਹੁੰਚਣ ਦਾ ਜੋ ਕਾਰਨ ਸੀ, ਜੋ ਪ੍ਰਯੋਜਨ ਸੀ, ਉਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਦੱਸਿਆ ਹੈ। ਜਾ ਕੇ ਹਿਤ ਚਲ ਕਰਪੁਰ ਆਇਓ। ਜਿਸ ਵਾਸਤੇ ਮੈਂ ਸੁਲਤਾਨਪੁਰ ਸਾਹਿਬ ਚੱਲ ਕਰਕੇ ਆਇਆ ਹਾਂ, ਉਹ ਦੱਸਣ ਲੱਗੇ ਹਨ। ਸੁਣ ਜਜਮਾਨ ਬਚਨ ਤੁਮ ਭਾਖਾ। ਤੇ ਕਹਿਣ ਲੱਗੇ, ਹੇ ਜਜਮਾਨ, ਹੇ ਸਤਿਗੁਰੂ ਜੀ, ਤੁਸੀਂ ਸੁਣੋ, ਤੁਸੀਂ ਆਪ ਜੀਆਂ ਨੇ ਮੈਨੂੰ ਬਚਨ ਕਰਨਾ ਕੀਤੇ ਸਨ ਤਜਹੁ ਅਪਰ ਜਾਚਨ ਅਬਲਾਖਾ। ਕਿ ਦੂਜਿਆਂ ਤੋਂ ਮੰਗਣ ਦੀ ਜਿਹੜੀ ਇੱਛਾ ਹੈ ਛੱਡ ਦੇਣਾ ਕਰ। ਆਪ ਜੀਆਂ ਨੇ ਮੈਨੂੰ ਆਪਣੇ ਵਸਤਰ ਬਖਸ਼ਿਸ਼ ਕੀਤੇ ਸਨ ਤੇ ਨਾਲ ਬਚਨ ਕੀਤੇ ਸਨ ਕਿ ਭਾਈ ਮਰਦਾਨਾ ਅੱਜ ਤੋਂ ਬਾਅਦ ਕਿਸੇ ਹੋਰ ਦੇ ਪਾਸੋਂ ਮੰਗਣਾ ਨਹੀਂ। ਤੇ ਆਪ ਜੀਆਂ ਦੇ ਬਚਨਾਂ ਦੇ ਅਨੁਸਾਰ ਹੀ ਹੋ ਕਰਕੇ ਮੈਂ ਕਿਸੇ ਹੋਰ ਤੋਂ ਅੱਜ ਤੱਕ ਕੁਝ ਮੰਗਿਆ ਨਹੀਂ ਹੈ। ਹੁਣ ਆਪਣੇ ਆਉਣ ਦਾ ਜੋ ਪ੍ਰਯੋਜਨ ਹੈ, ਜੋ ਕਾਰਨ ਹੈਗੇ ਦੱਸਦੇ ਹਨ। ਜਾਤੇ ਮੰਗੋ ਮੈਂ ਨਹਿ ਕੋ। ਕਹਿਣ ਲੱਗੇ, ਇਸ ਕਰਕੇ ਮੈਂ ਕਿਸੇ ਦੇ ਪਾਸੋਂ ਕੋਈ ਵਸਤੂ ਨਹੀਂ ਮੰਗਦਾ ਹਾਂ। ਤੁਮਰੋ ਬਚਨ ਚਿਤਾਰਤ ਸੋ। ਆਪ ਜੀਆਂ ਦੇ ਬਚਨ ਨੂੰ ਨਿਤਾ ਪ੍ਰਤੀ ਹਿਰਦੇ ਵਿੱਚ ਚੇਤੇ ਰੱਖਦਾ ਹਾਂ। ਹੋਰ ਚਲਤ ਨੀਕੀ ਗੁਜਰਾਨਾ। ਹੋਰ ਤਾਂ ਗੁਜਰਾਨ ਸਾਰਾ ਚੰਗੀ ਤਰ੍ਹਾਂ ਭਲੀ ਪ੍ਰਕਾਰ ਚੱਲ ਰਿਹਾ ਹੈ। ਕਨਿਆ ਵਿਆਹਨ ਖਰਚ ਮਹਾਨਾ। ਕਹਿਣ ਲੱਗੇ, ਹੁਣ ਪੁੱਤਰੀ ਦਾ ਵਿਆਹ ਕਰਨਾ ਹੈ ਤੇ ਪੁੱਤਰੀ ਦਾ ਵਿਆਹ ਕਰਨ ਵਾਸਤੇ ਬੜਾ ਖਰਚਾ ਹੋਵੇਗਾ। ਤਾਂ ਕਿ ਸਖਤ ਨਾ ਸਦਨ ਹਮਾਰੇ। ਉਸ ਦੀ ਸ਼ਕਤੀ ਸਾਡੇ ਘਰ ਦੇ ਅੰਦਰ ਨਹੀਂ ਕਿ ਇਤਨਾ ਖਰਚਾ ਸਾਡਾ ਪਰਿਵਾਰ ਚੱਲ ਸਕੇ। ਸਾਡੇ ਘਰ ਦੇ ਅੰਦਰ ਇੰਨੀ ਸਮਰੱਥਾ ਨਹੀਂ ਕਿ ਆਪਣੀ ਪੁੱਤਰੀ ਦਾ ਵਿਆਹ ਕਰ ਸਕੀਏ।
हे ਸਤਿਗੁਰੂ ਗਰੀਬ ਨਵਾਜ, ਇਸ ਕਰਕੇ ਮੈਂ ਆਪ ਜੀਆਂ ਦੇ ਪਾਸ ਆਇਆ ਹਾਂ। ਜਾਹਿਤ ਆਇਓ ਨੈ ਕਟ ਤੁਮਾਰੇ। ਸਤਿਗੁਰੂ ਜੀ, ਇਸ ਕਰਕੇ ਮੈਂ ਆਪ ਜੀਆਂ ਦੇ ਪਾਸ ਸੁਲਤਾਨਪੁਰ ਸਾਹਿਬ ਵਿਖੇ ਪਹੁੰਚਿਆ ਹਾਂ। ਅਸ ਪ੍ਰਕਾਰ ਸੁਣ ਕਰ ਸੁਖ ਰਾਸਾ। ਜਦੋਂ ਸੁੱਖਾਂ ਦੀ ਪੂੰਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਤਰ੍ਹਾਂ ਸੁਣਿਆ ਹੈ ਤਹ ਛਨ ਹੋਤੋ ਭਗੀਰਥ ਪਾਸਾ। ਤੇ ਉਸ ਸਮੇਂ ਭਾਈ ਭਗੀਰਥ ਜੀ ਸਤਿਗੁਰੂ ਜੀ ਦੇ ਪਾਸ ਖੜੇ ਸਨ। ਤਾਸੋ ਬੋਲੇ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਭਗੀਰਥ ਨੂੰ ਬੋਲੇ ਹਨ। ਕਰਹੁ ਕਾਜ ਤੂੰ ਪਰਮ ਸਿਆਨਾ। ਇਹ ਪਰਮ ਸਿਆਣੇ, ਇਹ ਵੱਡੇ ਸਿਆਣੇ ਭਾਈ ਭਗੀਰਥ ਜੀ, ਆਪ ਜੀ ਇਸ ਤਰ੍ਹਾਂ ਦਾ ਕਾਰਜ ਕਰਨਾ ਕਰੋ। ਵਿਆਹ ਸੋਜ ਲਿਖ ਕਾਗਦ ਸਭੇ। ਭਾਈ ਮਰਦਾਨਾ ਜੀ ਨੂੰ ਪੁੱਛ ਕਰਕੇ ਜਿੰਨੀ ਵੀ ਵਿਆਹ ਦੀ ਸਮਗਰੀ ਹੈ ਸਾਰੀ ਇੱਕ ਕਾਗਜ਼ ਦੇ ਉੱਪਰ ਲਿਖਣਾ ਕਰੋ। ਗਮਨ ਹੋ ਲਬ ਪਰ ਮਾਰਗ ਅਬਹੇ। ਤੇ ਹੁਣ ਆਪ ਜੀ ਛੇਤੀ ਦੇ ਨਾਲ ਲਾਹੌਰ ਦੇ ਮਾਰਗ ਰਸਤੇ ਦੇ ਜਾਣਾ ਕਰੋ, ਭਾਵ ਕਿ ਲਾਹੌਰ ਨੂੰ ਜਾਣਾ ਕਰੋ। ਇਹ ਸਥਾਨ ਹਵੈ ਬਸਤ ਨਾ ਪੂਰੇ। ਇਸ ਸਥਾਨ ਤੇ ਸੁਲਤਾਨਪੁਰ ਸਾਹਿਬ ਸਾਰੀਆਂ ਵਸਤੂਆਂ ਪੂਰੀਆਂ ਨਹੀਂ ਮਿਲਣਗੀਆਂ, ਇਸ ਕਰਕੇ ਤੁਸੀਂ ਵਸਤੂਆਂ ਲਿਖਾ ਕਰਕੇ ਤੇ ਇਥੋਂ ਸੁਲਤਾਨਪੁਰ ਸਾਹਿਬ ਤੋਂ ਲਾਹੌਰ ਜਾਣਾ ਕਰੋ। ਤਹ ਬਲੋਕ ਕੈ ਅਨਹ ਦੂਰੇ। ਉੱਥੋਂ ਚੰਗੀ ਤਰ੍ਹਾਂ ਵੇਖ ਕਰਕੇ ਵਸਤੂਆਂ ਲੈ ਕਰਕੇ ਆਉਣਾ ਕਰੋ। ਰਜਨੀ ਏਕ ਬਸਹੁ ਪੁਰ ਮਾਹੀ। ਲਾਹੌਰ ਦੇ ਅੰਦਰ ਇੱਕ ਰਾਤ ਬਤੀਤ ਕਰਕੇ ਤੂਰਨ ਆਵਨ ਬਿਲਮ ਹੋ ਮਾਹੀ। ਫਿਰ ਛੇਤੀ ਦੇ ਨਾਲ, ਦੇਰੀ ਨਹੀਂ ਕਰਨੀ, ਬਿਨਾਂ ਦੇਰੀ ਤੋਂ ਛੇਤੀ ਦੇ ਨਾਲ ਇੱਕ ਰਾਤ ਬਤੀਤ ਕਰਕੇ ਤੇ ਦੂਸਰੇ ਦਿਨ ਸਾਰਾ ਸਮਾਨ ਲੈ ਕਰਕੇ ਸੁਲਤਾਨਪੁਰ ਸਾਹਿਬ ਵਾਪਸ ਆ ਜਾਣਾ। ਧਰ ਰਜਾਏ ਸਿਰ ਭਰ ਜਗਨਾਥਾ। ਇਸ ਤਰ੍ਹਾਂ ਸੁਣ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਰਜ਼ਾ ਲੈ ਕਰਕੇ ਚਰਨਾਂ ਤੇ ਸੀਸ ਨਿਵਾ ਕਰਕੇ ਲਿਖਿਓ ਬੋਝ ਮਰਦਾਨੇ ਸਾਥਾ। ਭਾਈ ਮਰਦਾਨਾ ਜੀ ਨੂੰ ਪੁੱਛ ਕਰਕੇ ਭਾਈ ਭਗੀਰਥ ਜੀ ਨੇ ਕਾਗਜ਼ ਦੇ ਉੱਪਰ ਸਾਰੀਆਂ ਵਸਤੂਆਂ ਲਿਖ ਲਈਆਂ ਹਨ। ਬਾਛਤ ਦਰਬ ਲਿਆ ਨਿਜ ਖਾਥਾ। ਤੇ ਜਿੰਨੀ ਕੋ ਲੋੜ ਸੀ ਉਹਨਾਂ ਕੋ ਧਨ ਆਪਣੇ ਹੱਥ ਦੇ ਵਿੱਚ ਲੈ ਲੈਣਾ ਕੀਤਾ ਹੈ। ਗਮਨਿਓ ਪੰਥ ਨਾਏ ਪਦ ਮਾਥਾ। ਸਤਿਗੁਰੂ ਜੀ ਦੇ ਚਰਨਾਂ ਤੇ ਸੀਸ ਨਿਵਾ ਕਰਕੇ ਤੇ ਰਸਤੇ ਦੇ ਵਿੱਚ ਚੱਲ ਪਿਆ ਹੈ। ਪਹੁੰਚਿਓ ਲਬਪੁਰ ਨਗਰ ਮਝਾਰਾ। ਤੇ ਫਿਰ ਅੱਗੇ ਲਾਹੌਰ ਨਗਰ ਦੇ ਵਿੱਚ ਪਹੁੰਚੇ ਹਨ। ਇੱਕ ਦੁਕਾਨ ਪਰ ਸਾਹ ਨਿਹਾਰਾ। ਇੱਕ ਦੁਕਾਨ ਦੇ ਉੱਪਰ ਵੱਡੇ ਸ਼ਾਹ ਨੂੰ ਵੇਖਿਆ ਹੈ, ਮਨ ਸੁਖ ਨਾਮ ਹੁਤੋ ਜਿਸ ਕੇਰੋ। ਜਿਸ ਦਾ ਨਾਮ ਭਾਈ ਮਨਸੁਖ ਹੈ, ਧਨੀ ਅਦਕ ਬਾਪਾਰ ਕਨੇਰੋ। ਜਿਹੜਾ ਕਿ ਬਹੁਤ ਹੀ ਧਨੀ ਹੈ, ਬੜਾ ਧਨਵਾਨ ਹੈ ਤੇ ਜਿਸ ਦਾ ਵਪਾਰ ਬਹੁਤ ਚੱਲਦਾ ਹੈ। ਤਹ ਕੇ ਸਾਥ ਕਹੀ ਨਿਜ ਗਾਥਾ। ਉਸ ਨੂੰ ਜਾ ਕਰਕੇ ਆਪਣੀ ਸਾਰੀ ਗਾਥਾ ਸੁਣਾਈ ਕਿ ਭਾਈ ਮੈਂ ਸੁਲਤਾਨਪੁਰ ਸਾਹਿਬ ਤੋਂ ਆਇਆ ਹਾਂ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਭੇਜਿਆ ਹੈ ਤੇ ਆਹ ਵਸਤੂਆਂ ਮੈਂ ਲੈ ਕਰਕੇ ਜਾਣੀਆਂ ਹਨ। ਇਹ ਸਾਰੀ ਜੋ ਗਾਥਾ ਹੈ ਭਾਈ ਭਗੀਰਥ ਜੀ ਨੇ ਉਸ ਭਾਈ ਮਨਸੁਖ ਨੂੰ ਸੁਣਾਉਣਾ ਕੀਤੀ ਹੈ। ਸਰਬ ਦਰਬ ਕੋ ਲੇਕਰ ਹਾਥਾ। ਸਾਰਾ ਧਨ ਆਪਣੇ ਹੱਥ ਦੇ ਵਿੱਚ ਲੈ ਕਰਕੇ ਵਹ ਸੋਜ ਕਾਗਦ ਪਰ ਜੋਤੀ। ਜਿੰਨੀ ਵੀ ਕਾਗਜ਼ ਦੇ ਉੱਪਰ ਵਸਤੂਆਂ ਲਿਖੀਆਂ ਹੋਈਆਂ ਸਨ, ਸਮਗਰੀ ਲਿਖੀ ਹੋਈ ਸੀ, ਆਪ ਸਰਬ ਲੈ ਦੀਜੈ ਤੇ ਤੇਤੇ। ਉਸ ਭਾਈ ਮਨਸੁਖ ਜੀ ਨੂੰ ਕਹਿਣ ਲੱਗੇ ਕਿ ਇਹ ਭਾਈ ਮਨਸੁਖ ਜੀ, ਇਹ ਸਾਰੀਆਂ ਵਸਤੂਆਂ ਜਿਹੜੀਆਂ ਇਸ ਕਾਗਜ਼ ਦੇ ਉੱਪਰ ਲਿਖੀਆਂ ਹੋਈਆਂ ਹਨ, ਆਪ ਜੀ ਇਹ ਸਾਰੀਆਂ ਵਸਤੂਆਂ ਮੈਨੂੰ ਛੇਤੀ ਦੇ ਨਾਲ ਦੇ ਦੇਣਾ ਕਰੋ। ਏਕ ਨਿਸ਼ਾ ਬਸਹੁ ਇਸ ਨਗਰਾ। ਤੇ ਭਾਈ ਮਨਸੁਖ ਜੀ ਕਹਿਣ ਲੱਗੇ, ਏਕ ਨਿਸ਼ਾ ਬਸਹੁ ਇਸ ਨਗਰਾ। ਇੱਕ ਰਾਤ ਇਸ ਨਗਰ ਦੇ ਵਿੱਚ ਭਾਈ ਮਨਸੁਖ ਨੂੰ ਕਹਿਣ ਲੱਗੇ ਕਿ ਆਪ ਜੀ ਇੱਕ ਰਾਤ ਇਸ ਨਗਰ ਦੇ ਵਿੱਚ ਵਸਣਾ ਕਰੋ। ਤੋਰਨ ਕਰੇ ਕਾਰਜ ਸਗਰਾ। ਤੇ ਫਿਰ ਛੇਤੀ ਦੇ ਨਾਲ ਸਵੇਰੇ ਸਾਰਾ ਕੰਮ ਕਰਾਂਗੇ। ਸੁਣ ਕਰ ਮਨ ਸੁਖ ਤਹ ਸਨਮਾਨਾ। ਇਸ ਤਰ੍ਹਾਂ ਸੁਣ ਕਰਕੇ ਭਾਈ ਮਨਸੁਖ ਜੀ ਨੇ ਭਾਈ ਭਗੀਰਥ ਜੀ ਦਾ ਬੜਾ ਸਤਿਕਾਰ ਕੀਤਾ ਹੈ। ਨਿਕਟ ਬਿਠਾਇਓ ਬਚਨ ਬਖਾਨਾ। ਆਪਣੇ ਪਾਸ ਬਿਠਾ ਕਰਕੇ ਬਚਨ ਵਿਖਿਆਨ ਕੀਤੇ ਹਨ। ਅਬ ਪਰ ਦੋਖ ਭੀ ਕਰਹੁ ਨਵੇਸਾ। ਤੇ ਕਹਿਣ ਲੱਗੇ ਹੁਣ ਸ਼ਾਮ ਹੋ ਗਈ ਹੈ ਤੇ ਆਪ ਜੀ ਹੁਣ ਵਿਸ਼ਰਾਮ ਕਰਨਾ ਕਰੋ। ਘੋਰ ਹੋ ਤਲੇ ਬਸਤ ਸੋ ਦੇਸਾ। ਸਵੇਰ ਹੋਣ ਤੱਕ ਮੈਂ ਸਾਰੀਆਂ ਵਸਤੂਆਂ ਲਿਆ ਕਰਕੇ ਆਪ ਜੀ ਨੂੰ ਦੇ ਦੇਣਾ ਕਰਾਂਗਾ ਤੇ ਫਿਰ ਆਪ ਜੀ ਉਹਨਾਂ ਵਸਤੂਆਂ ਨੂੰ ਲੈ ਕਰਕੇ ਸੁਲਤਾਨਪੁਰ ਸਾਹਿਬ ਚਲੇ ਜਾਏ। ਹੁਣ ਰਾਤ ਹੁੰਦੀ ਹੈ। ਭਾਈ ਭਗੀਰਥ ਜੀ ਇੱਕ ਰਾਤ ਇੱਥੇ ਲਾਹੌਰ ਦੇ ਵਿੱਚ ਬਤੀਤ ਕਰਦੇ ਨੇ। ਅਗਲੇ ਦਿਨ ਭਾਈ ਭਗੀਰਥ ਜੀ ਵਸਤੂਆਂ ਲੈ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਜਾਂਦੇ ਹਨ। ਜਿਵੇਂ ਅੱਗੇ ਪ੍ਰਸੰਗ ਆਵੇਗਾ, ਸਤਿਗੁਰੂ ਗਰੀਬ ਨਵਾਜ ਕਿਰਪਾ ਕਰਨ, ਆਉਣ ਵਾਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ। ਸਤਿਗੁਰੂ ਤੇ ਸਤਿਗੁਰੂ ਦੀ ਸੰਗਤ ਬਖਸ਼ਣਹਾਰ ਹੈ। ਇੱਥੋਂ ਤੱਕ ਪਾਵਨ ਗੁਰ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਤੇ ਸਤਿਗੁਰੂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਅਬ ਪਰ ਦੋਖ ਭੀ ਕਰਹੁ ਨਵੇਸਾ।
ਘੋਰ ਹੋਤ ਲੈ ਬਸਤ ਸੋ ਦੇਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।